डेली पोस्ट पंजाबी देख रहे हो तुसी। मैं हाँ रणबीर सिंह राणा। साबका मंत्री ਅਤੇ पंथ चों छेके गए सुच्चा सिंह लंगा नंगे पैरी श्री अकाल तख्त साहब पहुंचे ने। जथेदार साहब ਨੂੰ ਬੇਨਤੀ ਕੀਤੀ ਹੈ ਕਿ ਮੁੜ ਪੰਥ 'ਚ ਸ਼ਾਮਲ ਕੀਤਾ ਜਾਵੇ। ਤੁਹਾਡੇ ਯਾਦ ਹੋਵੇ ਕਿ ਸੁੱਚਾ ਸਿੰਘ ਲੰਗਾ ਤੇ ਇਲਜ਼ਾਮ ਲੱਗੇ ਸਨ ਰੇਪ ਦੇ। ਇੱਕ ਔਰਤ ਦੇ ਵੱਲੋਂ ਰੇਪ ਦੇ ਇਲਜ਼ਾਮ ਲਾਏ ਗਏ। ਸੋਸ਼ਲ ਮੀਡੀਆ ਤੇ ਅਸ਼ਲੀਲ ਵੀਡੀਓ ਵਾਇਰਲ ਹੋਈ, ਜਿਸ ਤੋਂ ਬਾਅਦ ਅਕਾਲੀ ਦਲ ਦੇ ਵੱਲੋਂ ਉਹਨਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ। श्री अकाल तख्त साहब वालों उन्होंने पंथ चों छेक दिता गया। पर उस तो बाद जिस औरत ने इल्ज़ाम लाए सीगे वो अदालत दे विच जाके मुकर गई, जिस तो बाद अदालत ने सुच्चा सिंह लंगा नूं बरी कर दिता सी। पर श्री अकाल तख्त साहब वालों पंथ चों छेकिया गया सुच्चा सिंह लंगा नूं ते दोबारा पंथ च शामिल नहीं किया गया। पर सुच्चा सिंह लंगा कई बार श्री अकाल तख्त साहब पहुंचे ने। मंग की जा रही है उन्होंने वालों कि दोबारा तो उन्होंने सिख पंथ दे विच शामिल किया जाए। पर सवाल यह है कि की ये फैसला सही होवेगा। हालांकि सिंह साहब श्री अकाल तख्त साहब जथेदार ज्ञानी हरप्रीत सिंह ने कहा कि यह फैसला उन्हों का इकल्लियां दा नहीं है। 5 सिंह साहबान की मीटिंग दे विच इकत्तरता दे विच इस संबंधी फैसला लिया जाएगा। दस दे कि सुच्चा सिंह लंगा 2 बार मंत्री रह चुके ने। 1997 तो 2002 तक PWD मिनिस्टर, 2007 तो 2012 तक खेतीबाड़ी मंत्री। ਅਤੇ ਗੁਰਦਾਸਪੁਰ ਬਾਈ ਇਲੈਕਸ਼ਨ ਤੋਂ ਪਹਿਲਾਂ ਇਹ ਮਾਮਲਾ ਸੁਰਖੀਆਂ ਦੇ ਵਿੱਚ ਆਇਆ। 28 ਅਕਤੂਬਰ 2017 ਨੂੰ ਮਾਮਲਾ ਦਰਜ ਹੋਇਆ ਸੀ। ਸੁੱਚਾ ਸਿੰਘ ਲੰਗਾ ਤੇ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ। ਸਿੱਖ ਪੰਥ ਦੇ ਵਿੱਚੋਂ ਛੇਕ ਦਿੱਤਾ ਗਿਆ ਸੀ। ਅਕਾਲੀ ਦਲ ਦੇ ਵੱਲੋਂ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ। ਪਰ ਹੁਣ ਲਗਾਤਾਰ ਸੁੱਚਾ ਸਿੰਘ ਲੰਗਾ ਕੋਸ਼ਿਸ਼ਾਂ ਕਰ ਰਹੇ ਨੇ ਸਿੱਖ ਪੰਥ ਦੇ ਵਿੱਚ ਵਾਪਸ ਆਉਣ ਦੀਆਂ, ਕਿਉਂਕਿ ਰੋਟੀ ਬੇਟੀ ਦੀ ਸਾਂਝ ਜਿਹੜੀ ਹੈ ਉਹ ਤੋੜ ਲਈ ਗਈ ਸੀ ਸੁੱਚਾ ਸਿੰਘ ਲੰਗਾ ਤੋਂ। ਤੇ ਸੁੱਚਾ ਸਿੰਘ ਲੰਗਾ ਮੁੜ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੇ। ਬੇਨਤੀ ਕੀਤੀ ਗਈ ਹੈ, ਹਾਲਾਂਕਿ ਬੇਨਤੀ ਪ੍ਰਵਾਨ ਹੁੰਦੀ ਹੈ ਜਾਂ ਹੋਣੀ ਚਾਹੀਦੀ ਹੈ ਜਾਂ ਨਹੀਂ, ਇਹ ਵੀ ਵੱਡੇ ਸਵਾਲ ਨੇ। ਪਰ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਸੁੱਚਾ ਸਿੰਘ ਲੰਗਾ ਤੇ ਉਹਨਾਂ ਨੇ ਮੁੜ ਤੋਂ ਸਿੱਖ ਪੰਥ 'ਚ ਵਾਪਸ ਉਹਨਾਂ ਨੂੰ ਸ਼ਾਮਲ ਕਰਨ ਦੀ ਬੇਨਤੀ ਕੀਤੀ ਹੈ। ਸੁੱਚਾ ਸਿੰਘ ਲੰਗਾ ਗੁਰਦਾਸਪੁਰ ਨਾਲ ਸੰਬੰਧਿਤ ਨੇ, ਕਈ ਵਾਰ ਵਿਧਾਇਕ ਰਹਿ ਚੁੱਕੇ ਨੇ, ਅਕਾਲੀ ਸਰਕਾਰ ਦੇ ਵਿੱਚ ਮੰਤਰੀ ਰਹੇ। ਪਰ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹਨਾਂ ਤੇ ਪਰਚਾ ਹੋਇਆ। ਪਰਚਾ ਹੋਣ ਤੋਂ ਬਾਅਦ ਅਕਾਲੀ ਦਲ ਨੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਤੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਪੰਥ ਚੋਂ ਛੇਕ ਦਿੱਤਾ। ਪਰ ਬਾਅਦ ਦੇ ਵਿੱਚ ਔਰਤ ਆਪਣੇ ਬਿਆਨਾਂ ਤੋਂ ਮੁੱਕਰੀ ਅਤੇ ਅਦਾਲਤ ਨੇ ਸੁੱਚਾ ਸਿੰਘ ਲੰਗਾ ਨੂੰ ਬਰੀ ਕਰ ਦਿੱਤਾ। ਹੁਣ ਲਗਾਤਾਰ ਸੁੱਚਾ ਸਿੰਘ ਲੰਗਾ ਇਹ ਮੰਗ ਕਰਦੇ ਆ ਰਹੇ ਨੇ ਕਿ ਉਹਨਾਂ ਨੂੰ ਦੁਬਾਰਾ ਤੋਂ ਪੰਥ ਦੇ ਵਿੱਚ ਸ਼ਾਮਲ ਕੀਤਾ ਜਾਵੇ। ਨਹੀਂ ਪੰਥ 'ਚ ਵਾਪਸੀ ਹੋ ਚੁੱਕੀ ਹੈ ਤੁਹਾਡੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਤਖਤ ਸਿੱਖ ਕੌਮ ਲਈ ਇੱਕ ਮਹਾਨ ਤਖਤ ਹੈ। ਜਦੋਂ ਵੀ ਕੋਈ ਕਿਸੇ ਕੋਲੋਂ ਗਲਤੀ ਹੋ ਜਾਂਦੀ ਹੈ, ਭੁੱਲ ਹੋ ਜਾਂਦੀ ਹੈ, ਅਕਾਲ ਤਖਤ ਨੂੰ ਛੇਕ ਦਿੰਦਾ ਤੇ ਜਿਹੜਾ ਅਕਾਲ ਤਖਤ ਦੀ ਮੁੜ ਕੇ ਸ਼ਰਨ ਆ ਜਾਂਦਾ ਵਾ। ਅੱਜ ਤੱਕ ਦੇ ਇਤਿਹਾਸ ਵਿੱਚ ਗੁਰੂ ਸਾਹਿਬ ਨੇ ਉਹਨੂੰ ਆਪਣੇ ਕੰਠ ਲਾਇਆ ਵਾ। ਕੌਮੀ ਗਲਤੀ ਹੋਈ ਸੀਗੀ ਬੂਟਾ ਸਿੰਘ ਕੋ, ਉਹ ਵੀ ਜਦੋਂ ਅਕਾਲ ਤਖਤ ਤੇ ਆਇਆ ਤੇ ਉਹਨੂੰ ਗੁਰੂ ਮਹਾਰਾਜ ਨੇ ਆਪਣੇ ਕੰਠ ਲਾਇਆ। ਇਸ ਤਖਤ ਦੇ ਉੱਤੇ ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ, ਜਿਹੜੀ ਬਹੁਤ ਮਹਾਨ ਸ਼ਖਸੀਅਤ ਨੇ ਸਿੱਖ ਕੌਮ ਲਈ। ਰੱਬ ਤੋਂ ਬਾਅਦ ਇਹਨਾਂ ਦਾ ਦੂਜਾ ਦਰਜਾ ਵਾ। ਇਹਨਾਂ ਉੱਤੇ ਕੋਈ ਕਿਸੇ ਦਾ ਦਬਾਅ ਰਾਜਨੀਤਿਕ ਨਹੀਂ ਪਾਇਆ ਜਾ ਸਕਦਾ। ਐਸੀ ਮਹਾਨ ਸ਼ਖਸੀਅਤ ਨੇ ਪਿੱਛੇ ਮੰਜੀ ਸਾਹਿਬ ਦੇ ਪਵਿੱਤਰ ਸਥਾਨ ਤੇ ਆਪਣੀ ਕਥਾ ਵਿੱਚ ਬੜੇ ਜ਼ੋਰ ਨਾਲ 2-3 ਵਾਰ ਕਿਹਾ ਵਾ ਕਿ ਜਿਹੜਾ ਭੁੱਲ ਜਾਂਦਾ ਵਾ, ਜਦੋਂ ਹਰਗੋਬਿੰਦ ਪਾਤਸ਼ਾਹ ਦੇ ਸ਼ਰਨ ਆ ਜਾਂਦਾ ਵਾ ਤੇ ਗੁਰੂ ਮਹਾਰਾਜ ਉਹਨੂੰ ਆਪਣੇ ਕੰਠ ਲਾਉਂਦਾ ਵਾ, ਉਹਨੂੰ ਬਖਸ਼ਿਆ ਜਾਂਦਾ। ਮੈਂ ਪਿਛਲੇ 71-72 ਦਿਨਾਂ ਤੋਂ ਲਗਾਤਾਰ ਨੰਗੀ ਪੈਰੀਂ ਆ ਕੇ ਤੇ ਨਤਮਸਤਕ ਹੋ ਰਿਹਾ ਵਾਂ। ਗੁਰੂ ਮਹਾਰਾਜ ਦੇ ਚਰਨ ਫੜੇ ਨੇ, ਪਾਠ ਕਰੀਦਾ ਵਾ, ਅਰਦਾਸ ਕਰਕੇ ਤੇ ਵਾਪਸ ਚਲਿਆ ਜਾਈਦਾ।
ਮੈਂ ਨਿਮਰਤਾ ਸਹਿਤ ਬੇਨਤੀ ਕਰਨਾ ਅਕਾਲ ਤਖਤ ਸਾਹਿਬ ਨੂੰ ਕਿ ਮੇਰੇ ਬਜ਼ੁਰਗ ਮਾਂ-ਬਾਪ 90 ਸਾਲ ਦੀ ਉਮਰ ਦੇ ਨੇ, ਕੋਈ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਉਹਨਾਂ ਨੇ ਵੀ ਤੁਹਾਨੂੰ ਬੇਨਤੀ ਕੀਤੀ ਹੈ। ਮੇਰੇ ਬੱਚੇ ਜਿਹੜੇ ਨੇ ਉਹ ਵਿਆਹੁਣ ਦੇ ਯੋਗ ਨੇ, ਉਹ ਵੀ ਮੇਰੇ ਤੇ ਜ਼ਿੰਮੇਵਾਰੀ ਹੈ। ਮੇਰੀ ਆਪਣੀ ਸਿਹਤ ਦਾ ਵੀ ਕੋਈ ਭਰੋਸਾ ਨਹੀਂ ਤੇ ਮੈਂ ਨਿਮਰਤਾ ਸਹਿਤ ਬੇਨਤੀ ਕਰਨਾ ਕਿ ਮੈਨੂੰ ਪੰਥ ਵਿੱਚ ਸ਼ਾਮਲ ਕਰ ਲਿਆ ਜਾਵੇ। ਮੇਰਾ ਇਹ ਤਰਲਾ, ਮੇਰੀ ਇਹ ਮਿਹਨਤ, ਮੇਰੀ ਇਹ ਅਰਦਾਸ, ਮੇਰੀ ਇਹ ਜੋਦੜੀ ਹੈ ਸਿੰਘ ਸਾਹਿਬ ਅੱਗੇ, ਜਿਹਦੇ ਉੱਤੇ ਕੋਈ ਸਿਆਸੀ ਦਬਾਅ ਨਹੀਂ ਪਾਇਆ ਜਾ ਸਕਦਾ। ਨਾ ਅੱਜ ਤੱਕ ਮੈਂ ਸਮਝਣਾ ਕੋਈ ਪਾ ਸਕਿਆ, ਨਾ ਕੋਈ ਗਾਂ ਪਾਏਗਾ। ਮੈਂ ਉਹਨਾਂ ਦੇ ਫੇਰ ਚਰਨਾਂ ਵਿੱਚ ਬੇਨਤੀ ਕਰਨਾ ਕਿ ਮੈਨੂੰ ਪੰਥ ਵਿੱਚ ਸ਼ਾਮਲ ਕਰ। ਸੁੱਚਾ ਸਿੰਘ ਲੰਗਾਹ ਨੂੰ ਪੰਥ ਚੋਂ ਛੇਕਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ। ਪੰਥ ਚੋਂ ਛੇਕਣ ਦਾ ਮਤਲਬ ਆ ਕਿ ਪੰਥ ਤੋਂ ਛੇਕੇ ਹੋਏ ਸਿੱਖ ਦੇ ਨਾਲ ਕੋਈ ਵੀ ਮਿਲਵਰਤਨ ਨਾ ਰੱਖੇ। ਆ ਜਿਹੜੀ ਫੌਜ ਤੁਸੀਂ ਰੋਜ਼ਾਨਾ ਲੈ ਕੇ ਆ ਰਹੇ ਹੋ 71-72 ਦਿਨਾਂ ਤੋਂ, ਇਹ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕੀ ਹੋਈ ਮੰਨੀ ਜਾ ਸਕਦੀ ਹੈ ਜੀ। ਮੈਂ ਇਹਨਾਂ ਨੂੰ ਨਾਲ ਲੈ ਕੇ ਆਣਾ ਕੋਈ ਜ਼ਰੂਰੀ ਸਮਝਿਆ? ਤੁਸੀਂ ਕਹਿੰਦੇ ਮੈਂ ਨੰਗੇ ਪੈਰੀ ਆ ਰਿਹਾ, ਇੱਕ ਪਾਸੇ ਤੁਸੀਂ ਨੰਗੇ ਪੈਰੀ ਆ ਰਹੇ ਹੋ, ਦੂਜੇ ਪਾਸੇ ਸੰਗਤ ਜਿਹੜੀ ਹੈ ਉਹ ਇੱਥੇ ਵੀ ਬੜੀ ਆਣ ਕੇ ਬਹਿ ਜਾਂਦੀ ਹੈ। ਸਾਧ ਸੰਗਤ ਨੂੰ ਮੈਂ ਰੋਕ ਨਹੀਂ ਸਕਦਾ। ਸਾਧ ਸੰਗਤ ਤੇ ਗੁਰੂ ਦਾ ਰੂਪ ਹੈ। ਕੀ ਸੁੱਚਾ ਸਿੰਘ ਲੰਗਾਹ ਇਕੱਲਾ ਆ ਰਿਹਾ ਹੈ ਕਿ ਇਹਨਾਂ ਨੂੰ ਨਾਲ ਲੈ ਕੇ ਆ ਰਿਹਾ ਜੀ? ਮੈਂ ਤੁਹਾਡੇ ਨਾਲ ਆਪਣੇ ਆਪ ਮੈਨੂੰ ਆਉਂਦੇ ਨੂੰ ਵੀ ਤੁਸੀਂ ਵੇਖਿਆ, ਮੈਂ ਇਕੱਲਾ ਹੀ ਆਉਣਾ ਵਾ। ਅੱਗੋਂ ਸਾਧ ਸੰਗਤ ਜਿਹੜੀ ਆ ਉਹ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠੀ ਹੁੰਦੀ ਹੈ। ਕੋਈ ਲਿਖਤੀ ਤੌਰ ਦੇ ਉੱਤੇ ਜਥੇਦਾਰ ਸਾਹਿਬ ਨੂੰ ਦਿੱਤੀ ਹੈ? ਹਾਂਜੀ ਦਿੱਤੀਆਂ। ਤੁਸੀਂ ਲਿਖਤੀ ਤੌਰ ਮੇਰੇ ਮਾਤਾ ਪਿਤਾ ਨੇ ਵੀ ਦਿੱਤੀ ਹੈ, ਮੈਂ ਵੀ ਦਿੱਤੀ। ਲੰਗਾਹ ਸਾਹਿਬ, ਜਦੋਂ ਵੀ ਤੁਸੀਂ ਐਪਲੀਕੇਸ਼ਨ ਦਿੰਦੇ ਹੋ ਮੁਆਫੀ ਵਾਸਤੇ, ਤੇ ਕੁਝ ਜਥੇਬੰਦੀਆਂ ਜਾਂ ਪੰਚਾਇਤਾਂ ਜਿਹੜੀਆਂ ਤੁਹਾਡੇ ਵਿਰੋਧ 'ਚ ਇੱਥੇ ਆ ਜਾਂਦੀਆਂ, ਉਹ ਕੌਣ? ਮੈਂ ਬਹੁਤ ਲੰਬਾ ਸਮਾਂ ਰਾਜਨੀਤੀ ਵਿੱਚ ਰਿਹਾ ਵਾਂ ਤੇ ਕੋਈ ਰਾਜਨੀਤਿਕ ਵਿਰੋਧੀ ਬਣੀ ਜਾਂਦੇ ਨੇ। ਮੇਰੇ ਜ਼ਿਲ੍ਹੇ ਦੇ ਵਿੱਚੋਂ ਹੀ ਕੋਈ ਨਾ ਕੋਈ ਇੱਕ ਦੋ ਬੰਦੇ ਆਏ ਨੇ ਪਿਛਲੇ 71-72 ਦਿਨਾਂ ਤੋਂ, ਉਹ ਵੀ ਉਹਨਾਂ ਚੋਂ ਕੋਈ ਨਹੀਂ ਆਇਆ। ਕੀ ਤੁਹਾਨੂੰ ਲੱਗਦਾ ਜੀ ਤੁਸੀਂ ਗਲਤੀ ਕੀਤੀ? ਮੈਂ ਗਲਤੀ ਕੀਤੀ ਤੇ ਗੁਰੂ ਦੇ ਚਰਨਾਂ 'ਚ ਆਇਆ। ਕਿ ਜਿਸ ਤਰ੍ਹਾਂ ਅਦਾਲਤ 'ਚ ਤੁਹਾਨੂੰ ਸਾਫ਼ ਬਰੀ ਹੋ ਗਿਆ ਸੀ, ਉਸ ਦੇ ਬਾਵਜੂਦ ਵੀ ਲੱਗਦਾ ਕਿ ਗਲਤੀ ਸੀ? ਮੈਂ ਸਮਝਣਾ ਕਿ ਜੇ ਕੱਲ ਤੱਕ ਤੋਂ ਮੈਨੂੰ ਛੇਕਿਆ, ਅਣਜਾਣੇ ਕੋਈ ਵੀ ਗਲਤੀ ਹੋਈ ਹੈ, ਮੈਂ ਉਹਨੂੰ ਮੰਨਣ ਨੂੰ ਤਿਆਰ ਹਾਂ। ਨਹੀਂ, ਜਾਣੇ ਹੋਈ ਹੈ ਕਿ ਵਾਕਈ ਮੈਂ ਸਮਝਣਾ ਕਿ ਮੈਂ ਜਿਹੜਾ ਕੱਲ ਤੱਕ ਤੇ ਆਉਣਾ ਵਾ ਆਪਣੀ ਭੁੱਲ ਬਖਸ਼ਾਉਣ ਲਈ ਆ ਰਿਹਾ ਨਾ। ਗਲਤੀ ਮੰਨਦੇ ਆਣਾ ਜੀ ਆਪਣੀ। ਕੋਈ ਲੱਗਣੀਆਂ 6 ਜਿਹੜੀ ਵੀ ਲਾਉਣਗੇ ਮੈਂ ਉਹ ਸਿਰ ਖਿੜੇ ਮੱਥੇ ਪ੍ਰਵਾਨ ਕਰਾਂਗਾ। ਇਹਨਾਂ ਸਭ 72 ਦਿਨਾਂ ਤੋਂ ਤੁਸੀਂ ਕਦੀ ਵੀ ਗੱਲ ਨਹੀਂ ਕੀਤੀ, ਲੇਕਿਨ ਅੱਜ ਦਾ ਦਿਨ ਹੀ ਕਿਉਂ ਚੁਣਿਆ? ਮੈਂ ਸਮਝਦਾ ਸੀ ਕਿ ਅੱਜ ਦਾ ਦਿਨ ਜਿਹੜਾ ਇਸ ਕਰਕੇ ਕਿ ਕਾਫੀ ਲੰਬਾ ਸਮਾਂ ਹੋ ਗਿਆ ਤੇ ਮੈਂ ਤੁਹਾਡੇ ਰਾਹੀਂ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਆਪਣੀ ਪਹੁੰਚਾਉਣੀ ਚਾਹੁੰਦਾ ਵਾਂ ਕਿ ਮੈਂ ਸਾਰੀ ਸੰਗਤ ਦਾ ਤਰਲਾ ਮਾਰਨਾ ਕਿ ਮੈਨੂੰ ਪੰਥ ਵਿੱਚ ਸ਼ਾਮਲ ਕਰਵਾਉਣ ਲਈ ਅਰਦਾਸ ਕਰਨਾ। ਤੁਸੀਂ ਹਾਲੇ ਆਉਣਾ ਜਾਰੀ ਰੱਖੋਗੇ? ਹਾਂਜੀ। ਨਹੀਂ, ਪੰਥ 'ਚ ਵਾਪਸੀ ਹੋ ਚੁੱਕੀ ਹੈ ਤੁਹਾਡੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਤਖਤ ਸਿੱਖ ਕੌਮ ਲਈ ਇੱਕ ਮਹਾਨ ਤਖਤ ਹੈ। ਜਦੋਂ ਵੀ ਕੋਈ ਕਿਸੇ ਕੋਲੋਂ ਗਲਤੀ ਹੋ ਜਾਂਦੀ ਹੈ, ਭੁੱਲ ਹੋ ਜਾਂਦੀ ਹੈ, ਅਕਾਲ ਤਖਤ ਨੂੰ ਛੇਕ ਦਿੰਦਾ ਤੇ ਜਿਹੜਾ ਅਕਾਲ ਤਖਤ ਦੀ ਮੁੜ ਕੇ ਸ਼ਰਨ ਆ ਜਾਂਦਾ ਵਾ। ਅੱਜ ਤੱਕ ਦੇ ਇਤਿਹਾਸ ਵਿੱਚ ਗੁਰੂ ਸਾਹਿਬ ਨੇ ਉਹਨੂੰ ਆਪਣੇ ਕੰਠ ਲਾਇਆ ਵਾ। ਕੌਮੀ ਗਲਤੀ ਹੋਈ ਸੀਗੀ ਬੂਟਾ ਸਿੰਘ ਕੋ, ਉਹ ਵੀ ਜਦੋਂ ਅਕਾਲ ਤਖਤ ਤੇ ਆਇਆ ਤੇ ਉਹਨੂੰ ਗੁਰੂ ਮਹਾਰਾਜ ਨੇ ਆਪਣੇ ਕੰਠ ਲਾਇਆ। ਇਸ ਤਖਤ ਦੇ ਉੱਤੇ ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ, ਜਿਹੜੀ ਬਹੁਤ ਮਹਾਨ ਸ਼ਖਸੀਅਤ ਨੇ ਸਿੱਖ ਕੌਮ ਲਈ। ਰੱਬ ਤੋਂ ਬਾਅਦ ਇਹਨਾਂ ਦਾ ਦੂਜਾ ਦਰਜਾ ਵਾ। ਇਹਨਾਂ ਉੱਤੇ ਕੋਈ ਕਿਸੇ ਦਾ ਦਬਾਅ ਰਾਜਨੀਤਿਕ ਨਹੀਂ ਪਾਇਆ ਜਾ ਸਕਦਾ। ਐਸੀ ਮਹਾਨ ਸ਼ਖਸੀਅਤ ਨੇ ਪਿੱਛੇ ਮੰਜੀ ਸਾਹਿਬ ਦੇ ਪਵਿੱਤਰ ਸਥਾਨ ਤੇ ਆਪਣੀ ਕਥਾ ਵਿੱਚ ਬੜੇ ਜ਼ੋਰ ਨਾਲ 2-3 ਵਾਰ ਕਿਹਾ ਵਾ ਕਿ ਜਿਹੜਾ ਭੁੱਲ ਜਾਂਦਾ ਵਾ, ਜਦੋਂ ਹਰਗੋਬਿੰਦ ਪਾਤਸ਼ਾਹ ਦੇ ਸ਼ਰਨ ਆ ਜਾਂਦਾ ਵਾ ਤੇ ਗੁਰੂ ਮਹਾਰਾਜ ਉਹਨੂੰ ਆਪਣੇ ਕੰਠ ਲਾਉਂਦਾ ਵਾ, ਉਹਨੂੰ ਬਖਸ਼ਿਆ ਜਾਂਦਾ। ਮੈਂ ਪਿਛਲੇ 71-72 ਦਿਨਾਂ ਤੋਂ ਲਗਾਤਾਰ ਨੰਗੀ ਪੈਰੀ ਆ ਕੇ ਤੇ ਨਤਮਸਤਕ ਹੋ ਰਿਹਾ ਵਾਂ। ਗੁਰੂ ਮਹਾਰਾਜ ਦੇ ਚਰਨ ਫੜੇ ਨੇ, ਪਾਠ ਕਰੀਦਾ ਵਾ, ਅਰਦਾਸ ਕਰਕੇ ਤੇ
ਵਾਪਸ ਚਲਿਆ ਜਾਈਦਾ। ਮੈਂ ਨਿਮਰਤਾ ਸਹਿਤ ਬੇਨਤੀ ਕਰਨਾ ਅਕਾਲ ਤਖਤ ਸਾਹਿਬ ਨੂੰ ਕਿ ਮੇਰੇ ਬਜ਼ੁਰਗ ਮਾਂ-ਬਾਪ 90 ਸਾਲ ਦੀ ਉਮਰ ਦੇ ਨੇ, ਕੋਈ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਉਹਨਾਂ ਨੇ ਵੀ ਤੁਹਾਨੂੰ ਬੇਨਤੀ ਕੀਤੀ ਹੈ। ਮੇਰੇ ਬੱਚੇ ਜਿਹੜੇ ਨੇ ਉਹ ਵਿਆਹੁਣ ਦੇ ਯੋਗ ਨੇ, ਉਹ ਵੀ ਮੇਰੇ ਤੇ ਜ਼ਿੰਮੇਵਾਰੀ ਹੈ। ਮੇਰੀ ਆਪਣੀ ਸਿਹਤ ਦਾ ਵੀ ਕੋਈ ਭਰੋਸਾ ਨਹੀਂ ਤੇ ਮੈਂ ਨਿਮਰਤਾ ਸਹਿਤ ਬੇਨਤੀ ਕਰਨਾ ਕਿ ਮੈਨੂੰ ਪੰਥ ਵਿੱਚ ਸ਼ਾਮਲ ਕਰ ਲਿਆ ਜਾਵੇ। ਮੇਰਾ ਇਹ ਤਰਲਾ, ਮੇਰੀ ਇਹ ਮਿਹਨਤ, ਮੇਰੀ ਇਹ ਅਰਦਾਸ, ਮੇਰੀ ਇਹ ਜੋਦੜੀ ਹੈ ਸਿੰਘ ਸਾਹਿਬ ਅੱਗੇ, ਜਿਹਦੇ ਉੱਤੇ ਕੋਈ ਸਿਆਸੀ ਦਬਾਅ ਨਹੀਂ ਪਾਇਆ ਜਾ ਸਕਦਾ। ਨਾ ਅੱਜ ਤੱਕ ਮੈਂ ਸਮਝਣਾ ਕੋਈ ਪਾ ਸਕਿਆ, ਨਾ ਕੋਈ ਗਾਂ ਪਾਏਗਾ। ਮੈਂ ਉਹਨਾਂ ਦੇ ਫੇਰ ਚਰਨਾਂ ਵਿੱਚ ਬੇਨਤੀ ਕਰਨਾ ਕਿ ਮੈਨੂੰ ਪੰਥ ਵਿੱਚ ਸ਼ਾਮਲ ਕਰ। ਸੁੱਚਾ ਸਿੰਘ ਲੰਗਾਹ ਨੂੰ ਪੰਥ ਚੋਂ ਛੇਕਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ। ਪੰਥ ਚੋਂ ਛੇਕਣ ਦਾ ਮਤਲਬ ਆ ਕਿ ਪੰਥ ਤੋਂ ਛੇਕੇ ਹੋਏ ਸਿੱਖ ਦੇ ਨਾਲ ਕੋਈ ਵੀ ਮਿਲਵਰਤਨ ਨਾ ਰੱਖੇ। ਆ ਜਿਹੜੀ ਫੌਜ ਤੁਸੀਂ ਰੋਜ਼ਾਨਾ ਲੈ ਕੇ ਆ ਰਹੇ ਹੋ 71-72 ਦਿਨਾਂ ਤੋਂ, ਇਹ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕੀ ਹੋਈ ਮੰਨੀ ਜਾ ਸਕਦੀ ਹੈ ਜੀ। ਮੈਂ ਇਹਨਾਂ ਨੂੰ ਨਾਲ ਲੈ ਕੇ ਆਣਾ ਕੋਈ ਜ਼ਰੂਰੀ ਸਮਝਿਆ? ਤੁਸੀਂ ਕਹਿੰਦੇ ਮੈਂ ਨੰਗੇ ਪੈਰੀ ਆ ਰਿਹਾ, ਇੱਕ ਪਾਸੇ ਤੁਸੀਂ ਨੰਗੇ ਪੈਰੀ ਆ ਰਹੇ ਹੋ, ਦੂਜੇ ਪਾਸੇ ਸੰਗਤ ਜਿਹੜੀ ਹੈ ਉਹ ਇੱਥੇ ਵੀ ਬੜੀ ਆਣ ਕੇ ਬਹਿ ਜਾਂਦੀ ਹੈ। ਸਾਧ ਸੰਗਤ ਨੂੰ ਮੈਂ ਰੋਕ ਨਹੀਂ ਸਕਦਾ। ਸਾਧ ਸੰਗਤ ਤੇ ਗੁਰੂ ਦਾ ਰੂਪ ਹੈ। ਕੀ ਸੁੱਚਾ ਸਿੰਘ ਲੰਗਾਹ ਇਕੱਲਾ ਆ ਰਿਹਾ ਹੈ ਕਿ ਇਹਨਾਂ ਨੂੰ ਨਾਲ ਲੈ ਕੇ ਆ ਰਿਹਾ ਜੀ? ਮੈਂ ਤੁਹਾਡੇ ਨਾਲ ਆਪਣੇ ਆਪ ਬਾਰੇ ਮੈਨੂੰ ਆਉਂਦੇ ਨੂੰ ਵੀ ਤੁਸੀਂ ਵੇਖਿਆ, ਮੈਂ ਇਕੱਲਾ ਹੀ ਆਉਣਾ ਵਾ। ਅੱਗੋਂ ਸਾਧ ਸੰਗਤ ਜਿਹੜੀ ਆ ਉਹ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠੀ ਹੁੰਦੀ ਹੈ। ਕੋਈ ਲਿਖਤੀ ਤੌਰ ਦੇ ਉੱਤੇ ਜਥੇਦਾਰ ਸਾਹਿਬ ਨੂੰ ਦਿੱਤੀ ਹੈ? ਹਾਂਜੀ, ਦਿੱਤੀਆਂ। ਤੁਸੀਂ ਲਿਖਤੀ ਤੌਰ ਮੇਰੇ ਮਾਤਾ ਪਿਤਾ ਨੇ ਵੀ ਦਿੱਤੀ ਹੈ, ਮੈਂ ਵੀ ਦਿੱਤੀ। ਲੰਗਾਹ ਸਾਹਿਬ, ਜਦੋਂ ਵੀ ਤੁਸੀਂ ਐਪਲੀਕੇਸ਼ਨ ਦਿੰਦੇ ਹੋ ਮੁਆਫੀ ਵਾਸਤੇ, ਤੇ ਕੁਝ ਜਥੇਬੰਦੀਆਂ ਜਾਂ ਪੰਚਾਇਤਾਂ ਜਿਹੜੀਆਂ ਤੁਹਾਡੇ ਵਿਰੋਧ 'ਚ ਇੱਥੇ ਆ ਜਾਂਦੀਆਂ, ਉਹ ਕੌਣ? ਮੈਂ ਬਹੁਤ ਲੰਬਾ ਸਮਾਂ ਰਾਜਨੀਤੀ ਵਿੱਚ ਰਿਹਾ ਵਾਂ ਤੇ ਕੋਈ ਰਾਜਨੀਤਿਕ ਵਿਰੋਧੀ ਬਣੀ ਜਾਂਦੇ ਨੇ। ਮੇਰੇ ਜ਼ਿਲ੍ਹੇ ਦੇ ਵਿੱਚੋਂ ਹੀ ਕੋਈ ਨਾ ਕੋਈ ਇੱਕ ਦੋ ਬੰਦੇ ਆਏ ਨੇ ਪਿਛਲੇ 71-72 ਦਿਨਾਂ ਤੋਂ, ਉਹ ਵੀ ਉਹਨਾਂ ਚੋਂ ਕੋਈ ਨਹੀਂ ਆਇਆ। ਕੀ ਤੁਹਾਨੂੰ ਲੱਗਦਾ ਜੀ ਤੁਸੀਂ ਗਲਤੀ ਕੀਤੀ? ਮੈਂ ਗਲਤੀ ਕੀਤੀ ਤੇ ਗੁਰੂ ਦੇ ਚਰਨਾਂ 'ਚ ਆਇਆ। ਜਿਸ ਤਰ੍ਹਾਂ ਅਦਾਲਤ 'ਚ ਤੁਹਾਨੂੰ ਸਾਫ਼ ਬਰੀ ਹੋ ਗਿਆ ਸੀ, ਉਸ ਦੇ ਬਾਵਜੂਦ ਵੀ ਲੱਗਦਾ ਵੀ ਗਲਤੀ ਸੀ? ਮੈਂ ਸਮਝਣਾ ਕਿ ਜੇ ਕੱਲ ਤੱਕ ਤੋਂ ਮੈਨੂੰ ਛੇਕਿਆ, ਅਣਜਾਣੇ ਕੋਈ ਵੀ ਗਲਤੀ ਹੋਈ ਹੈ, ਮੈਂ ਉਹਨੂੰ ਮੰਨਣ ਨੂੰ ਤਿਆਰ ਹਾਂ। ਨਹੀਂ, ਜਾਣੇ ਹੋਈ ਹੈ ਕਿ ਵਾਕਈ ਮੈਂ ਸਮਝਣਾ ਕਿ ਮੈਂ ਜਿਹੜਾ ਕੱਲ ਤੱਕ ਤੇ ਆਉਣਾ ਵਾ ਆਪਣੀ ਭੁੱਲ ਬਖਸ਼ਾਉਣ ਲਈ ਆ ਰਿਹਾ ਨਾ। ਗਲਤੀ ਮੰਨਦੇ ਹੋਣਾ ਜੀ ਆਪਣੀ। ਜਿਹੜੀ ਵੀ ਲਾਉਣਗੇ ਮੈਂ ਉਹ ਸਿਰ ਖਿੜੇ ਮੱਥੇ ਪ੍ਰਵਾਨ ਕਰਾਂਗਾ। ਇਹਨਾਂ ਸਭ 72 ਦਿਨਾਂ ਤੋਂ ਤੁਸੀਂ ਕਦੀ ਵੀ ਗੱਲ ਨਹੀਂ ਕੀਤੀ, ਲੇਕਿਨ ਅੱਜ ਦਾ ਦਿਨ ਹੀ ਕਿਉਂ ਚੁਣਿਆ? ਮੈਂ ਸਮਝਦਾ ਸੀ ਕਿ ਅੱਜ ਦਾ ਦਿਨ ਜਿਹੜਾ ਇਸ ਕਰਕੇ ਕਿ ਕਾਫੀ ਲੰਬਾ ਸਮਾਂ ਹੋ ਗਿਆ ਤੇ ਮੈਂ ਤੁਹਾਡੇ ਰਾਹੀਂ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਆਪਣੀ ਪਹੁੰਚਾਉਣੀ ਚਾਹੁੰਦਾ ਵਾਂ ਕਿ ਮੈਂ ਸਾਰੀ ਸੰਗਤ ਦਾ ਤਰਲਾ ਮਾਰਨਾ ਕਿ ਮੈਨੂੰ ਪੰਥ ਵਿੱਚ ਸ਼ਾਮਲ ਕਰਵਾਉਣ ਲਈ ਅਰਦਾਸ ਕਰਾਂ। ਤੁਸੀਂ ਹਾਲੇ ਆਉਣਾ ਜਾਰੀ ਰੱਖੋਗੇ? ਹਾਂਜੀ। ਨਹੀਂ, ਪੰਥ 'ਚ ਵਾਪਸੀ ਹੋ ਚੁੱਕੀ ਹੈ ਤੁਹਾਡੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਤਖਤ ਸਿੱਖ ਕੌਮ ਲਈ ਇੱਕ ਮਹਾਨ ਤਖਤ ਹੈ। ਜਦੋਂ ਵੀ ਕੋਈ ਕਿਸੇ ਕੋਲੋਂ ਗਲਤੀ ਹੋ ਜਾਂਦੀ ਹੈ, ਭੁੱਲ ਹੋ ਜਾਂਦੀ ਹੈ, ਅਕਾਲ ਤਖਤ ਉਹਨੂੰ ਛੇਕ ਦਿੰਦਾ ਤੇ ਜਿਹੜਾ ਅਕਾਲ ਤਖਤ ਦੀ ਮੁੜ ਕੇ ਸ਼ਰਨ ਆ ਜਾਂਦਾ ਵਾ। ਅੱਜ ਤੱਕ ਦੇ ਇਤਿਹਾਸ ਵਿੱਚ ਗੁਰੂ ਸਾਹਿਬ ਨੇ ਉਹਨੂੰ ਆਪਣੇ ਕੰਠ ਲਾਇਆ ਵਾ। ਕੌਮੀ ਗਲਤੀ ਹੋਈ ਸੀਗੀ ਬੂਟਾ ਸਿੰਘ ਕੋ, ਉਹ ਵੀ ਜਦੋਂ ਅਕਾਲ ਤਖਤ ਤੇ ਆਇਆ ਤੇ ਉਹਨੂੰ ਗੁਰੂ ਮਹਾਰਾਜ ਨੇ ਆਪਣੇ ਕੰਠ ਲਾਇਆ। ਇਸ ਤਖਤ ਦੇ ਉੱਤੇ ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ, ਜਿਹੜੀ ਬਹੁਤ ਮਹਾਨ ਸ਼ਖਸੀਅਤ ਨੇ ਸਿੱਖ ਕੌਮ ਲਈ। ਰੱਬ ਤੋਂ ਬਾਅਦ ਇਹਨਾਂ ਦਾ ਦੂਜਾ ਦਰਜਾ ਵਾ। ਇਹਨਾਂ ਉੱਤੇ ਕੋਈ ਕਿਸੇ ਦਾ ਦਬਾਅ ਰਾਜਨੀਤਿਕ ਨਹੀਂ ਪਾਇਆ ਜਾ ਸਕਦਾ। ਐਸੀ ਮਹਾਨ ਸ਼ਖਸੀਅਤ ਨੇ ਪਿੱਛੇ ਮੰਜੀ ਸਾਹਿਬ ਦੇ ਪਵਿੱਤਰ ਸਥਾਨ ਤੇ ਆਪਣੀ ਕਥਾ ਵਿੱਚ ਬੜੇ ਜ਼ੋਰ ਨਾਲ 2-3 ਵਾਰ ਕਿਹਾ ਵਾ ਕਿ ਜਿਹੜਾ ਭੁੱਲ ਜਾਂਦਾ ਵਾ, ਜਦੋਂ ਹਰਗੋਬਿੰਦ ਪਾਤਸ਼ਾਹ ਦੇ ਸ਼ਰਨ ਆ ਜਾਂਦਾ ਵਾ ਤੇ ਗੁਰੂ ਮਹਾਰਾਜ ਉਹਨੂੰ ਆਪਣੇ ਕੰਠ ਲਾਉਂਦਾ ਵਾ, ਉਹਨੂੰ ਬਖਸ਼ਿਆ ਜਾਂਦਾ। ਮੈਂ ਪਿਛਲੇ 71-72 ਦਿਨਾਂ ਤੋਂ ਲਗਾਤਾਰ ਨੰਗੀ ਪੈਰੀਂ ਆ ਕੇ ਤੇ ਨਤਮਸਤਕ ਹੋ ਰਿਹਾ ਵਾਂ। ਗੁਰੂ ਮਹਾਰਾਜ ਦੇ ਚਰਨ ਫੜੇ ਨੇ
ਪਾਠ ਕਰੀਦਾ ਵਾ, ਅਰਦਾਸ ਕਰਕੇ ਤੇ ਵਾਪਸ ਚਲਿਆ ਜਾਈਦਾ। ਮੈਂ ਨਿਮਰਤਾ ਸਹਿਤ ਬੇਨਤੀ ਕਰਨਾ ਅਕਾਲ ਤਖਤ ਸਾਹਿਬ ਨੂੰ ਕਿ ਮੇਰੇ ਬਜ਼ੁਰਗ ਮਾਂ-ਬਾਪ 90 ਸਾਲ ਦੀ ਉਮਰ ਦੇ ਨੇ, ਕੋਈ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਉਹਨਾਂ ਨੇ ਵੀ ਤੁਹਾਨੂੰ ਬੇਨਤੀ ਕੀਤੀ। ਮੇਰੇ ਬੱਚੇ ਜਿਹੜੇ ਨੇ ਉਹ ਵਿਆਹੁਣ ਦੇ ਯੋਗ ਨੇ, ਉਹ ਵੀ ਮੇਰੇ ਤੇ ਜ਼ਿੰਮੇਵਾਰੀ ਹੈ। ਮੇਰੀ ਆਪਣੀ ਸਿਹਤ ਦਾ ਵੀ ਕੋਈ ਭਰੋਸਾ ਨਹੀਂ ਤੇ ਮੈਂ ਨਿਮਰਤਾ ਸਹਿਤ ਬੇਨਤੀ ਕਰਨਾ ਕਿ ਮੈਨੂੰ ਪੰਥ ਵਿੱਚ ਸ਼ਾਮਲ ਕਰ ਲਿਆ ਜਾਵੇ। ਮੇਰਾ ਇਹ ਤਰਲਾ, ਮੇਰੀ ਇਹ ਮਿਹਨਤ, ਮੇਰੀ ਇਹ ਅਰਦਾਸ, ਮੇਰੀ ਇਹ ਜੋਦੜੀ ਹੈ ਸਿੰਘ ਸਾਹਿਬ ਅੱਗੇ, ਜਿਹਦੇ ਉੱਤੇ ਕੋਈ ਸਿਆਸੀ ਦਬਾਅ ਨਹੀਂ ਪਾਇਆ ਜਾ ਸਕਦਾ। ਨਾ ਅੱਜ ਤੱਕ ਮੈਂ ਸਮਝਣਾ ਕੋਈ ਪਾ ਸਕਿਆ, ਨਾ ਕੋਈ ਗਾਂ ਪਾਏਗਾ। ਮੈਂ ਉਹਨਾਂ ਦੇ ਫੇਰ ਚਰਨਾਂ ਵਿੱਚ ਬੇਨਤੀ ਕਰਨਾ ਕਿ ਮੈਨੂੰ ਪੰਥ ਵਿੱਚ ਸ਼ਾਮਲ ਕਰ ਦਿਓ। ਸੁੱਚਾ ਸਿੰਘ ਲੰਗਾਹ ਨੂੰ ਪੰਥ ਚੋਂ ਛੇਕਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ। ਪੰਥ ਚੋਂ ਛੇਕਣ ਦਾ ਮਤਲਬ ਆ ਕਿ ਪੰਥ ਤੋਂ ਛੇਕੇ ਹੋਏ ਸਿੱਖ ਦੇ ਨਾਲ ਕੋਈ ਵੀ ਮਿਲਵਰਤਨ ਨਾ ਰੱਖੇ। ਆ ਜਿਹੜੀ ਫੌਜ ਤੁਸੀਂ ਰੋਜ਼ਾਨਾ ਲੈ ਕੇ ਆ ਰਹੇ ਹੋ 71-72 ਦਿਨਾਂ ਤੋਂ, ਇਹ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕੀ ਹੋਈ ਮੰਨੀ ਜਾ ਸਕਦੀ ਹੈ ਜੀ। ਮੈਂ ਇਹਨਾਂ ਨੂੰ ਨਾਲ ਲੈ ਕੇ ਆਣਾ ਕੋਈ ਜ਼ਰੂਰੀ ਸਮਝਿਆ? ਤੁਸੀਂ ਕਹਿੰਦੇ ਮੈਂ ਨੰਗੇ ਪੈਰੀ ਆ ਰਿਹਾ, ਇੱਕ ਪਾਸੇ ਤੁਸੀਂ ਨੰਗੇ ਪੈਰੀ ਆ ਰਹੇ ਹੋ, ਦੂਜੇ ਪਾਸੇ ਸੰਗਤ ਜਿਹੜੀ ਹੈ ਉਹ ਇੱਥੇ ਵੀ ਬੜੀ ਆਣ ਕੇ ਬਹਿ ਜਾਂਦੀ ਹੈ। ਸਾਧ ਸੰਗਤ ਨੂੰ ਮੈਂ ਰੋਕ ਨਹੀਂ ਸਕਦਾ। ਸਾਧ ਸੰਗਤ ਤੇ ਗੁਰੂ ਦਾ ਰੂਪ ਹੈ। ਕੀ ਸੁੱਚਾ ਸਿੰਘ ਲੰਗਾਹ ਇਕੱਲਾ ਆ ਰਿਹਾ ਹੈ ਕਿ ਇਹਨਾਂ ਨੂੰ ਨਾਲ ਲੈ ਕੇ ਆ ਰਿਹਾ ਜੀ? ਮੈਂ ਤੁਹਾਡੇ ਨਾਲ ਆਪਣੇ ਆਪ ਬਾਰੇ ਮੈਨੂੰ ਆਉਂਦੇ ਨੂੰ ਵੀ ਤੁਸੀਂ ਵੇਖਿਆ, ਮੈਂ ਇਕੱਲਾ ਹੀ ਆਉਣਾ ਵਾ। ਅੱਗੋਂ ਸਾਧ ਸੰਗਤ ਜਿਹੜੀ ਆ ਉਹ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠੀ ਹੁੰਦੀ ਹੈ। ਕੋਈ ਲਿਖਤੀ ਤੌਰ ਦੇ ਉੱਤੇ ਜਥੇਦਾਰ ਸਾਹਿਬ ਨੂੰ ਦਿੱਤੀ ਹੈ? ਹਾਂਜੀ, ਦਿੱਤੀਆਂ। ਤੁਸੀਂ ਲਿਖਤੀ ਤੌਰ ਮੇਰੇ ਮਾਤਾ ਪਿਤਾ ਨੇ ਵੀ ਦਿੱਤੀ ਹੈ, ਮੈਂ ਵੀ ਦਿੱਤੀ। ਲੰਗਾਹ ਸਾਹਿਬ, ਜਦੋਂ ਵੀ ਤੁਸੀਂ ਐਪਲੀਕੇਸ਼ਨ ਦਿੰਦੇ ਹੋ ਮੁਆਫੀ ਵਾਸਤੇ, ਤੇ ਕੁਝ ਜਥੇਬੰਦੀਆਂ ਜਾਂ ਪੰਚਾਇਤਾਂ ਜਿਹੜੀਆਂ ਤੁਹਾਡੇ ਵਿਰੋਧ 'ਚ ਇੱਥੇ ਆ ਜਾਂਦੀਆਂ, ਉਹ ਕੌਣ ਲੋਕ? ਮੈਂ ਬਹੁਤ ਲੰਬਾ ਸਮਾਂ ਰਾਜਨੀਤੀ ਵਿੱਚ ਰਿਹਾ ਵਾਂ ਤੇ ਕੋਈ ਰਾਜਨੀਤਿਕ ਵਿਰੋਧੀ ਬਣੀ ਜਾਂਦੇ ਨੇ। ਮੇਰੇ ਜ਼ਿਲ੍ਹੇ ਦੇ ਵਿੱਚੋਂ ਹੀ ਕੋਈ ਨਾ ਕੋਈ ਇੱਕ ਦੋ ਬੰਦੇ ਆਏ ਨੇ ਪਿਛਲੇ 71-72 ਦਿਨਾਂ ਤੋਂ, ਉਹ ਵੀ ਉਹਨਾਂ ਚੋਂ ਕੋਈ ਨਹੀਂ ਆਇਆ। ਕੀ ਤੁਹਾਨੂੰ ਲੱਗਦਾ ਜੀ ਤੁਸੀਂ ਗਲਤੀ ਕੀਤੀ? ਮੈਂ ਗਲਤੀ ਕੀਤੀ ਤੇ ਗੁਰੂ ਦੇ ਚਰਨਾਂ 'ਚ ਆਇਆ। ਜਿਸ ਤਰ੍ਹਾਂ ਅਦਾਲਤ 'ਚ ਤੁਹਾਨੂੰ ਸਾਫ਼ ਬਰੀ ਹੋ ਗਿਆ ਸੀ, ਉਸ ਦੇ ਬਾਵਜੂਦ ਵੀ ਲੱਗਦਾ ਵੀ ਗਲਤੀ ਸੀ? ਮੈਂ ਸਮਝਣਾ ਕਿ ਜੇ ਕੱਲ ਤੱਕ ਤੋਂ ਮੈਨੂੰ ਛੇਕਿਆ ਅਣਜਾਣੇ ਕੋਈ ਵੀ ਗਲਤੀ ਹੋਈ ਹੈ, ਮੈਂ ਉਹਨੂੰ ਮੰਨਣ ਨੂੰ ਤਿਆਰ ਹਾਂ। ਨਹੀਂ, ਜਾਣੇ ਹੋਈ ਹੈ ਕਿ ਵਾਕਈ ਮੈਂ ਸਮਝਣਾ ਕਿ ਮੈਂ ਜਿਹੜਾ ਕੱਲ ਤੱਕ ਤੇ ਆਉਣਾ ਵਾ ਆਪਣੀ ਭੁੱਲ ਬਖਸ਼ਾਉਣ ਲਈ ਆ ਰਿਹਾ ਨਾ। ਗਲਤੀ ਮੰਨਦੇ ਆਣਾ ਜੀ ਆਪਣੀ। ਨਹੀਂ ਲੱਗਣੀਆਂ 6 ਜਿਹੜੀ ਵੀ ਲਾਉਣਗੇ ਮੈਂ ਉਹ ਸਿਰ ਖਿੜੇ ਮੱਥੇ ਪ੍ਰਵਾਨ ਕਰਾਂਗਾ। ਇਹਨਾਂ ਸਭ 72 ਦਿਨਾਂ ਤੋਂ ਤੁਸੀਂ ਕਦੀ ਵੀ ਗੱਲ ਨਹੀਂ ਕੀਤੀ, ਲੇਕਿਨ ਅੱਜ ਦਾ ਦਿਨ ਹੀ ਕਿਉਂ ਚੁਣਿਆ? ਮੈਂ ਸਮਝਦਾ ਸੀ ਕਿ ਅੱਜ ਦਾ ਦਿਨ ਜਿਹੜਾ ਇਸ ਕਰਕੇ ਕਿ ਕਾਫੀ ਲੰਬਾ ਸਮਾਂ ਹੋ ਗਿਆ ਤੇ ਮੈਂ ਤੁਹਾਡੇ ਰਾਹੀਂ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਆਪਣੀ ਪਹੁੰਚਾਉਣੀ ਚਾਹੁੰਦਾ ਹਾਂ ਕਿ ਮੈਂ ਸਾਰੀ ਸੰਗਤ ਦਾ ਤਰਲਾ ਮਾਰਨਾ ਕਿ ਮੈਨੂੰ ਪੰਥ ਵਿੱਚ ਸ਼ਾਮਲ ਕਰਵਾਉਣ ਲਈ ਅਰਦਾਸ ਕਰਾਂ। ਤੁਸੀਂ ਹਾਲੇ ਆਉਣਾ ਜਾਰੀ ਰੱਖੋਗੇ? ਹਾਂਜੀ। ਨਹੀਂ, ਪੰਥ 'ਚ ਵਾਪਸੀ ਹੋ ਚੁੱਕੀ ਹੈ ਤੁਹਾਡੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਤਖਤ ਸਿੱਖ ਕੌਮ ਲਈ ਇੱਕ ਮਹਾਨ ਤਖਤ ਹੈ। ਜਦੋਂ ਵੀ ਕੋਈ ਕਿਸੇ ਕੋਲੋਂ ਗਲਤੀ ਹੋ ਜਾਂਦੀ ਹੈ, ਭੁੱਲ ਹੋ ਜਾਂਦੀ ਹੈ, ਅਕਾਲ ਤਖਤ ਨੂੰ ਛੇਕ ਦਿੰਦਾ ਤੇ ਜਿਹੜਾ ਅਕਾਲ ਤਖਤ ਦੀ ਮੁੜ ਕੇ ਸ਼ਰਨ ਆ ਜਾਂਦਾ ਵਾ। ਅੱਜ ਤੱਕ ਦੇ ਇਤਿਹਾਸ ਵਿੱਚ ਗੁਰੂ ਸਾਹਿਬ ਨੇ ਉਹਨੂੰ ਆਪਣੇ ਕੰਠ ਲਾਇਆ ਵਾ। ਕੌਮੀ ਗਲਤੀ ਹੋਈ ਸੀਗੀ ਬੂਟਾ ਸਿੰਘ ਕੋ, ਉਹ ਵੀ ਜਦੋਂ ਅਕਾਲ ਤਖਤ ਤੇ ਆਇਆ ਤੇ ਉਹਨੂੰ ਗੁਰੂ ਮਹਾਰਾਜ ਨੇ ਆਪਣੇ ਕੰਠ ਲਾਇਆ। ਇਸ ਤਖਤ ਦੇ ਉੱਤੇ ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ, ਜਿਹੜੀ ਬਹੁਤ ਮਹਾਨ ਸ਼ਖਸੀਅਤ ਨੇ ਸਿੱਖ ਕੌਮ ਲਈ। ਰੱਬ ਤੋਂ ਬਾਅਦ ਇਹਨਾਂ ਦਾ ਦੂਜਾ ਦਰਜਾ ਵਾ। ਇਹਨਾਂ ਉੱਤੇ ਕੋਈ ਕਿਸੇ ਦਾ ਦਬਾਅ ਰਾਜਨੀਤਿਕ ਨਹੀਂ ਪਾਇਆ ਜਾ ਸਕਦਾ। ਐਸੀ ਮਹਾਨ ਸ਼ਖਸੀਅਤ ਨੇ ਪਿੱਛੇ ਮੰਜੀ ਸਾਹਿਬ ਦੇ ਪਵਿੱਤਰ ਸਥਾਨ ਤੇ ਆਪਣੀ ਕਥਾ ਵਿੱਚ ਬੜੇ ਜ਼ੋਰ ਨਾਲ 2-3 ਵਾਰ ਕਿਹਾ ਵਾ ਕਿ ਜਿਹੜਾ ਭੁੱਲ ਜਾਂਦਾ ਵਾ, ਜਦੋਂ ਹਰਗੋਬਿੰਦ ਪਾਤਸ਼ਾਹ ਦੇ ਸ਼ਰਨ ਆ ਜਾਂਦਾ ਵਾ ਤੇ ਗੁਰੂ ਮਹਾਰਾਜ ਉਹਨੂੰ ਆਪਣੇ ਕੰਠ ਲਾਉਂਦਾ ਵਾ, ਉਹਨੂੰ ਬਖਸ਼ਿਆ ਜਾਂਦਾ। ਮੈਂ ਪਿਛਲੇ 71-72 ਦਿਨਾਂ ਤੋਂ ਲਗਾਤਾਰ ਨੰਗੀ ਪੈਰੀ ਆ ਕੇ
ਤੇ ਨਤਮਸਤਕ ਹੋ ਰਿਹਾ ਵਾਂ। ਗੁਰੂ ਮਹਾਰਾਜ ਦੇ ਚਰਨ ਫੜੇ ਨੇ, ਪਾਠ ਕਰੀਦਾ ਵਾ, ਅਰਦਾਸ ਕਰਕੇ ਤੇ ਵਾਪਸ ਚਲਿਆ ਜਾਈਦਾ। ਮੈਂ ਨਿਮਰਤਾ ਸਹਿਤ ਬੇਨਤੀ ਕਰਨਾ ਅਕਾਲ ਤਖਤ ਸਾਹਿਬ ਨੂੰ ਕਿ ਮੇਰੇ ਬਜ਼ੁਰਗ ਮਾਂ-ਬਾਪ 90 ਸਾਲ ਦੀ ਉਮਰ ਦੇ ਨੇ, ਕੋਈ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਉਹਨਾਂ ਨੇ ਵੀ ਤੁਹਾਨੂੰ ਬੇਨਤੀ ਕੀਤੀ ਹੈ। ਮੇਰੇ ਬੱਚੇ ਜਿਹੜੇ ਨੇ ਉਹ ਵਿਆਹੁਣ ਦੇ ਯੋਗ ਨੇ, ਉਹ ਵੀ ਮੇਰੇ ਤੇ ਜ਼ਿੰਮੇਵਾਰੀ ਹੈ। ਮੇਰੀ ਆਪਣੀ ਸਿਹਤ ਦਾ ਵੀ ਕੋਈ ਭਰੋਸਾ ਨਹੀਂ ਤੇ ਮੈਂ ਨਿਮਰਤਾ ਸਹਿਤ ਬੇਨਤੀ ਕਰਨਾ ਕਿ ਮੈਨੂੰ ਪੰਥ ਵਿੱਚ ਸ਼ਾਮਲ ਕਰ ਲਿਆ ਜਾਵੇ। ਮੇਰਾ ਇਹ ਤਰਲਾ, ਮੇਰੀ ਇਹ ਮਿਹਨਤ, ਮੇਰੀ ਇਹ ਅਰਦਾਸ, ਮੇਰੀ ਇਹ ਜੋਦੜੀ ਹੈ ਸਿੰਘ ਸਾਹਿਬ ਅੱਗੇ, ਜਿਹਦੇ ਉੱਤੇ ਕੋਈ ਸਿਆਸੀ ਦਬਾਅ ਨਹੀਂ ਪਾਇਆ ਜਾ ਸਕਦਾ। ਨਾ ਅੱਜ ਤੱਕ ਮੈਂ ਸਮਝਣਾ ਕੋਈ ਪਾ ਸਕਿਆ, ਨਾ ਕੋਈ ਗਾਂ ਪਾਏਗਾ। ਮੈਂ ਉਹਨਾਂ ਦੇ ਫੇਰ ਚਰਨਾਂ ਵਿੱਚ ਬੇਨਤੀ ਕਰਨਾ ਕਿ ਮੈਨੂੰ ਪੰਥ ਵਿੱਚ ਸ਼ਾਮਲ ਕਰ। ਸੁੱਚਾ ਸਿੰਘ ਲੰਗਾਹ ਨੂੰ ਪੰਥ ਚੋਂ ਛੇਕਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ। ਪੰਥ ਚੋਂ ਛੇਕਣ ਦਾ ਮਤਲਬ ਆ ਕਿ ਪੰਥ ਤੋਂ ਛੇਕੇ ਹੋਏ ਸਿੱਖ ਦੇ ਨਾਲ ਕੋਈ ਵੀ ਮਿਲਵਰਤਨ ਨਾ ਰੱਖੇ। ਆ ਜਿਹੜੀ ਫੌਜ ਤੁਸੀਂ ਰੋਜ਼ਾਨਾ ਲੈ ਕੇ ਆ ਰਹੇ ਹੋ 71-72 ਦਿਨਾਂ ਤੋਂ, ਇਹ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕੀ ਹੋਈ ਮੰਨੀ ਜਾ ਸਕਦੀ ਹੈ ਜੀ। ਮੈਂ ਇਹਨਾਂ ਨੂੰ ਨਾਲ ਲੈ ਕੇ ਆਣਾ ਕੋਈ ਜ਼ਰੂਰੀ ਸਮਝਿਆ? ਤੁਸੀਂ ਕਹਿੰਦੇ ਮੈਂ ਨੰਗੇ ਪੈਰੀ ਆ ਰਿਹਾ, ਇੱਕ ਪਾਸੇ ਤੁਸੀਂ ਨੰਗੇ ਪੈਰੀ ਆ ਰਹੇ ਹੋ, ਦੂਜੇ ਪਾਸੇ ਸੰਗਤ ਜਿਹੜੀ ਹੈ ਉਹ ਇੱਥੇ ਵੀ ਬੜੀ ਆਣ ਕੇ ਬਹਿ ਜਾਂਦੀ ਹੈ। ਸਾਧ ਸੰਗਤ ਨੂੰ ਮੈਂ ਰੋਕ ਨਹੀਂ ਸਕਦਾ। ਸਾਧ ਸੰਗਤ ਤੇ ਗੁਰੂ ਦਾ ਰੂਪ ਹੈ। ਕੀ ਸੁੱਚਾ ਸਿੰਘ ਲੰਗਾਹ ਇਕੱਲਾ ਆ ਰਿਹਾ ਹੈ ਕਿ ਇਹਨਾਂ ਨੂੰ ਨਾਲ ਲੈ ਕੇ ਆ ਰਿਹਾ ਜੀ? ਮੈਂ ਤੁਹਾਡੇ ਨਾਲ ਆਪਣੇ ਆਪ ਬਾਰੇ ਮੈਨੂੰ ਆਉਂਦੇ ਨੂੰ ਵੀ ਤੁਸੀਂ ਵੇਖਿਆ, ਮੈਂ ਇਕੱਲਾ ਹੀ ਆਉਣਾ ਵਾ। ਅੱਗੋਂ ਸਾਧ ਸੰਗਤ ਜਿਹੜੀ ਆ ਉਹ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠੀ ਹੁੰਦੀ ਹੈ। ਕੋਈ ਲਿਖਤੀ ਤੌਰ ਦੇ ਉੱਤੇ ਜਥੇਦਾਰ ਸਾਹਿਬ ਨੂੰ ਦਿੱਤੀ ਹੈ? ਹਾਂਜੀ, ਦਿੱਤੀਆਂ। ਤੁਸੀਂ ਲਿਖਤੀ ਤੌਰ ਮੇਰੇ ਮਾਤਾ ਪਿਤਾ ਨੇ ਵੀ ਦਿੱਤੀ ਹੈ, ਮੈਂ ਵੀ ਦਿੱਤੀ। ਲੰਗਾਹ ਸਾਹਿਬ, ਜਦੋਂ ਵੀ ਤੁਸੀਂ ਐਪਲੀਕੇਸ਼ਨ ਦਿੰਦੇ ਹੋ ਮੁਆਫੀ ਵਾਸਤੇ, ਤੇ ਕੁਝ ਜਥੇਬੰਦੀਆਂ ਜਾਂ ਪੰਚਾਇਤਾਂ ਜਿਹੜੀਆਂ ਤੁਹਾਡੇ ਵਿਰੋਧ 'ਚ ਇੱਥੇ ਆ ਜਾਂਦੀਆਂ, ਉਹ ਕੌਣ? ਮੈਂ ਬਹੁਤ ਲੰਬਾ ਸਮਾਂ ਰਾਜਨੀਤੀ ਵਿੱਚ ਰਿਹਾ ਵਾਂ ਤੇ ਕੋਈ ਰਾਜਨੀਤਿਕ ਵਿਰੋਧੀ ਬਣੀ ਜਾਂਦੇ ਨੇ। ਮੇਰੇ ਜ਼ਿਲ੍ਹੇ ਦੇ ਵਿੱਚੋਂ ਹੀ ਕੋਈ ਨਾ ਕੋਈ ਇੱਕ ਦੋ ਬੰਦੇ ਆਏ ਨੇ ਪਿਛਲੇ 71-72 ਦਿਨਾਂ ਤੋਂ, ਉਹ ਵੀ ਉਹਨਾਂ ਚੋਂ ਕੋਈ ਨਹੀਂ ਆਇਆ। ਕੀ ਤੁਹਾਨੂੰ ਲੱਗਦਾ ਜੀ ਤੁਸੀਂ ਗਲਤੀ ਕੀਤੀ? ਮੈਂ ਗਲਤੀ ਕੀਤੀ ਤੇ ਗੁਰੂ ਦੇ ਚਰਨਾਂ 'ਚ ਆਇਆ। ਜਿਸ ਤਰ੍ਹਾਂ ਅਦਾਲਤ 'ਚ ਤੁਹਾਨੂੰ ਸਾਫ਼ ਬਰੀ ਹੋ ਗਿਆ ਸੀ, ਉਸ ਦੇ ਬਾਵਜੂਦ ਵੀ ਲੱਗਦਾ ਵੀ ਗਲਤੀ ਸੀ। ਮੈਂ ਸਮਝਣਾ ਕਿ ਜੇ ਕੱਲ ਤੱਕ ਤੋਂ ਮੈਨੂੰ ਛੇਕਿਆ, ਅਣਜਾਣੇ ਕੋਈ ਵੀ ਗਲਤੀ ਹੋਈ ਹੈ, ਮੈਂ ਉਹਨੂੰ ਮੰਨਣ ਨੂੰ ਤਿਆਰ ਹਾਂ। ਨਹੀਂ, ਜਾਣੇ ਹੋਈ ਹੈ ਕਿ ਵਾਕਈ ਮੈਂ ਸਮਝਣਾ ਕਿ ਮੈਂ ਜਿਹੜਾ ਕੱਲ ਤੱਕ ਤੇ ਆਉਣਾ ਵਾ ਆਪਣੀ ਭੁੱਲ ਬਖਸ਼ਾਉਣ ਲਈ ਆ ਰਿਹਾ ਨਾ। ਗਲਤੀ ਮੰਨਦੇ ਹੋ ਨਾ ਜੀ ਆਪਣੀ? ਜਿਹੜੀ ਵੀ ਲਾਉਣਗੇ ਮੈਂ ਉਹ ਸਿਰ ਖਿੜੇ ਮੱਥੇ ਪ੍ਰਵਾਨ ਕਰਾਂਗਾ। ਇਹਨਾਂ ਸਭ 72 ਦਿਨਾਂ ਤੋਂ ਤੁਸੀਂ ਕਦੀ ਵੀ ਗੱਲ ਨਹੀਂ ਕੀਤੀ, ਲੇਕਿਨ ਅੱਜ ਦਾ ਦਿਨ ਹੀ ਕਿਉਂ ਚੁਣਿਆ? ਮੈਂ ਸਮਝਦਾ ਸੀ ਕਿ ਅੱਜ ਦਾ ਦਿਨ ਜਿਹੜਾ ਇਸ ਕਰਕੇ ਕਿ ਕਾਫੀ ਲੰਬਾ ਸਮਾਂ ਹੋ ਗਿਆ ਤੇ ਮੈਂ ਤੁਹਾਡੇ ਰਾਹੀਂ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਆਪਣੀ ਪਹੁੰਚਾਉਣੀ ਚਾਹੁੰਦਾ ਵਾਂ ਕਿ ਮੈਂ ਸਾਰੀ ਸੰਗਤ ਦਾ ਤਰਲਾ ਮਾਰਨਾ ਕਿ ਮੈਨੂੰ ਪੰਥ ਵਿੱਚ ਸ਼ਾਮਲ ਕਰਵਾਉਣ ਲਈ ਅਰਦਾਸ ਕਰਾਂ। ਤੁਸੀਂ ਹਾਲੇ ਆਉਣਾ ਜਾਰੀ ਰੱਖੋਗੇ? ਹਾਂਜੀ। ਨਹੀਂ, ਪੰਥ 'ਚ ਵਾਪਸੀ ਹੋ ਚੁੱਕੀ ਹੈ ਤੁਹਾਡੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਤਖਤ ਸਿੱਖ ਕੌਮ ਲਈ ਇੱਕ ਮਹਾਨ ਤਖਤ ਹੈ। ਜਦੋਂ ਵੀ ਕੋਈ ਕਿਸੇ ਕੋਲੋਂ ਗਲਤੀ ਹੋ ਜਾਂਦੀ ਹੈ, ਭੁੱਲ ਹੋ ਜਾਂਦੀ ਹੈ, ਅਕਾਲ ਤਖਤ ਉਹਨੂੰ ਛੇਕ ਦਿੰਦਾ ਤੇ ਜਿਹੜਾ ਅਕਾਲ ਤਖਤ ਦੀ ਮੁੜ ਕੇ ਸ਼ਰਨ ਆ ਜਾਂਦਾ ਵਾ। ਅੱਜ ਤੱਕ ਦੇ ਇਤਿਹਾਸ ਵਿੱਚ ਗੁਰੂ ਸਾਹਿਬ ਨੇ ਉਹਨੂੰ ਆਪਣੇ ਕੰਠ ਲਾਇਆ ਵਾ। ਕੌਮੀ ਗਲਤੀ ਹੋਈ ਸੀਗੀ ਬੂਟਾ ਸਿੰਘ ਕੋ, ਉਹ ਵੀ ਜਦੋਂ ਅਕਾਲ ਤਖਤ ਤੇ ਆਇਆ ਤੇ ਉਹਨੂੰ ਗੁਰੂ ਮਹਾਰਾਜ ਨੇ ਆਪਣੇ ਕੰਠ ਲਾਇਆ। ਇਸ ਤਖਤ ਦੇ ਉੱਤੇ ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ, ਜਿਹੜੀ ਬਹੁਤ ਮਹਾਨ ਸ਼ਖਸੀਅਤ ਨੇ ਸਿੱਖ ਕੌਮ ਲਈ। ਰੱਬ ਤੋਂ ਬਾਅਦ ਇਹਨਾਂ ਦਾ ਦੂਜਾ ਦਰਜਾ ਵਾ। ਇਹਨਾਂ ਉੱਤੇ ਕੋਈ ਕਿਸੇ ਦਾ ਦਬਾਅ ਰਾਜਨੀਤਿਕ ਨਹੀਂ ਪਾਇਆ ਜਾ ਸਕਦਾ। ਐਸੀ ਮਹਾਨ ਸ਼ਖਸੀਅਤ ਨੇ ਪਿੱਛੇ ਮੰਜੀ ਸਾਹਿਬ ਦੇ ਪਵਿੱਤਰ ਸਥਾਨ ਤੇ ਆਪਣੀ ਕਥਾ ਵਿੱਚ ਬੜੇ ਜ਼ੋਰ ਨਾਲ 2-3 ਵਾਰ ਕਿਹਾ ਵਾ ਕਿ ਜਿਹੜਾ ਭੁੱਲ ਜਾਂਦਾ ਵਾ, ਜਦੋਂ ਹਰਗੋਬਿੰਦ ਪਾਤਸ਼ਾਹ ਦੇ ਸ਼ਰਨ ਆ ਜਾਂਦਾ ਵਾ ਤੇ ਗੁਰੂ ਮਹਾਰਾਜ ਉਹਨੂੰ ਆਪਣੇ ਕੰਠ ਲਾਉਂਦਾ ਵਾ, ਉਹਨੂੰ ਬਖਸ਼ਿਆ ਜਾਂਦਾ। ਮੈਂ ਪਿਛਲੇ 71-72 ਦਿਨਾਂ ਤੋਂ
ਲਗਾਤਾਰ ਨੰਗੀ ਪੈਰੀਂ ਆ ਕੇ ਤੇ ਨਤਮਸਤਕ ਹੋ ਰਿਹਾ ਵਾਂ। ਗੁਰੂ ਮਹਾਰਾਜ ਦੇ ਚਰਨ ਫੜੇ ਨੇ, ਪਾਠ ਕਰੀਦਾ ਵਾ, ਅਰਦਾਸ ਕਰਕੇ ਤੇ ਵਾਪਸ ਚਲਿਆ ਜਾਈਦਾ। ਮੈਂ ਨਿਮਰਤਾ ਸਹਿਤ ਬੇਨਤੀ ਕਰਨਾ ਅਕਾਲ ਤਖਤ ਸਾਹਿਬ ਨੂੰ ਕਿ ਮੇਰੇ ਬਜ਼ੁਰਗ ਮਾਂ-ਬਾਪ 90 ਸਾਲ ਦੀ ਉਮਰ ਦੇ ਨੇ, ਕੋਈ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਉਹਨਾਂ ਨੇ ਵੀ ਤੁਹਾਨੂੰ ਬੇਨਤੀ ਕੀਤੀ ਹੈ। ਮੇਰੇ ਬੱਚੇ ਜਿਹੜੇ ਨੇ ਉਹ ਵਿਆਹੁਣ ਦੇ ਯੋਗ ਨੇ, ਉਹ ਵੀ ਮੇਰੇ ਤੇ ਜ਼ਿੰਮੇਵਾਰੀ ਹੈ। ਮੇਰੀ ਆਪਣੀ ਸਿਹਤ ਦਾ ਵੀ ਕੋਈ ਭਰੋਸਾ ਨਹੀਂ ਤੇ ਮੈਂ ਨਿਮਰਤਾ ਸਹਿਤ ਬੇਨਤੀ ਕਰਨਾ ਕਿ ਮੈਨੂੰ ਪੰਥ ਵਿੱਚ ਸ਼ਾਮਲ ਕਰ ਲਿਆ ਜਾਵੇ। ਮੇਰਾ ਇਹ ਤਰਲਾ, ਮੇਰੀ ਇਹ ਮਿਹਨਤ, ਮੇਰੀ ਇਹ ਅਰਦਾਸ, ਮੇਰੀ ਇਹ ਜੋਦੜੀ ਹੈ ਸਿੰਘ ਸਾਹਿਬ ਅੱਗੇ, ਜਿਹਦੇ ਉੱਤੇ ਕੋਈ ਸਿਆਸੀ ਦਬਾਅ ਨਹੀਂ ਪਾਇਆ ਜਾ ਸਕਦਾ। ਨਾ ਅੱਜ ਤੱਕ ਮੈਂ ਸਮਝਣਾ ਕੋਈ ਪਾ ਸਕਿਆ, ਨਾ ਕੋਈ ਗਾਂ ਪਾਏਗਾ। ਮੈਂ ਉਹਨਾਂ ਦੇ ਫੇਰ ਚਰਨਾਂ ਵਿੱਚ ਬੇਨਤੀ ਕਰਨਾ ਕਿ ਮੈਨੂੰ ਪੰਥ ਵਿੱਚ ਸ਼ਾਮਲ ਕਰ। ਸੁੱਚਾ ਸਿੰਘ ਲੰਗਾਹ ਨੂੰ ਪੰਥ ਚੋਂ ਛੇਕਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ। ਪੰਥ ਚੋਂ ਛੇਕਣ ਦਾ ਮਤਲਬ ਆ ਕਿ ਪੰਥ ਤੋਂ ਛੇਕੇ ਹੋਏ ਸਿੱਖ ਦੇ ਨਾਲ ਕੋਈ ਵੀ ਮਿਲਵਰਤਨ ਨਾ ਰੱਖੇ। ਆ ਜਿਹੜੀ ਫੌਜ ਤੁਸੀਂ ਰੋਜ਼ਾਨਾ ਲੈ ਕੇ ਆ ਰਹੇ ਜੋ 71 ਦਿਨਾਂ ਤੋਂ, ਇਹ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕੀ ਹੋਈ ਮੰਨੀ ਜਾ ਸਕਦੀ ਹੈ ਜੀ। ਮੈਂ ਇਹਨਾਂ ਨੂੰ ਨਾਲ ਲੈ ਕੇ ਆਣਾ ਕੋਈ ਜ਼ਰੂਰੀ ਸਮਝਿਆ? ਤੁਸੀਂ ਕਹਿੰਦੇ ਮੈਂ ਨੰਗੇ ਪੈਰੀ ਆ ਰਿਹਾ, ਇੱਕ ਪਾਸੇ ਤੁਸੀਂ ਨੰਗੇ ਪੈਰੀ ਆ ਰਹੇ ਹੋ, ਦੂਜੇ ਪਾਸੇ ਸੰਗਤ ਜਿਹੜੀ ਹੈ ਉਹ ਇੱਥੇ ਵੀ ਬੜੀ ਆਣ ਕੇ ਬਹਿ ਜਾਂਦੀ ਹੈ। ਸਾਧ ਸੰਗਤ ਨੂੰ ਮੈਂ ਰੋਕ ਨਹੀਂ ਸਕਦਾ। ਸਾਧ ਸੰਗਤ ਤੇ ਗੁਰੂ ਦਾ ਰੂਪ ਹੈ। ਕੀ ਸੁੱਚਾ ਸਿੰਘ ਲੰਗਾਹ ਇਕੱਲਾ ਆ ਰਿਹਾ ਹੈ ਕਿ ਇਹਨਾਂ ਨੂੰ ਨਾਲ ਲੈ ਕੇ ਆ ਰਿਹਾ ਜੀ? ਮੈਂ ਤੁਹਾਡੇ ਨਾਲ ਆਪਣੇ ਆਪ ਬਾਰੇ ਮੈਨੂੰ ਆਉਂਦੇ ਨੂੰ ਵੀ ਤੁਸੀਂ ਵੇਖਿਆ, ਮੈਂ ਇਕੱਲਾ ਹੀ ਆਉਣਾ ਵਾ। ਅੱਗੋਂ ਸਾਧ ਸੰਗਤ ਜਿਹੜੀ ਆ ਉਹ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠੀ ਹੁੰਦੀ ਹੈ। ਕੋਈ ਲਿਖਤੀ ਤੌਰ ਦੇ ਉੱਤੇ ਜਥੇਦਾਰ ਸਾਹਿਬ ਨੂੰ ਦਿੱਤੀ ਹੈ? ਹਾਂਜੀ, ਦਿੱਤੀਆਂ। ਤੁਸੀਂ ਲਿਖਤੀ ਤੌਰ ਮੇਰੇ ਮਾਤਾ ਪਿਤਾ ਨੇ ਦਿੱਤੀ ਹੈ, ਮੈਂ ਵੀ ਦਿੱਤੀ। ਲੰਗਾਹ ਸਾਹਿਬ, ਜਦੋਂ ਵੀ ਤੁਸੀਂ ਐਪਲੀਕੇਸ਼ਨ ਦਿੰਦੇ ਹੋ ਮੁਆਫੀ ਵਾਸਤੇ, ਤੇ ਕੁਝ ਜਥੇਬੰਦੀਆਂ ਜਾਂ ਪੰਚਾਇਤਾਂ ਜਿਹੜੀਆਂ ਤੁਹਾਡੇ ਵਿਰੋਧ 'ਚ ਇੱਥੇ ਆ ਜਾਂਦੀਆਂ, ਉਹ ਕੌਣ ਲੋਕ? ਮੈਂ ਬਹੁਤ ਲੰਬਾ ਸਮਾਂ ਰਾਜਨੀਤੀ ਵਿੱਚ ਰਿਹਾ ਵਾਂ ਤੇ ਕੋਈ ਰਾਜਨੀਤਿਕ ਵਿਰੋਧੀ ਬਣੀ ਜਾਂਦੇ ਨੇ। ਮੇਰੇ ਜ਼ਿਲ੍ਹੇ ਦੇ ਵਿੱਚੋਂ ਹੀ ਕੋਈ ਨਾ ਕੋਈ ਇੱਕ ਦੋ ਬੰਦੇ ਆਏ ਨੇ ਪਿਛਲੇ 71-72 ਦਿਨਾਂ ਤੋਂ, ਉਹ ਵੀ ਉਹਨਾਂ ਚੋਂ ਕੋਈ ਨਹੀਂ ਆਇਆ। ਕੀ ਤੁਹਾਨੂੰ ਲੱਗਦਾ ਜੀ ਤੁਸੀਂ ਗਲਤੀ ਕੀਤੀ? ਮੈਂ ਗਲਤੀ ਕੀਤੀ ਤੇ ਗੁਰੂ ਦੇ ਚਰਨਾਂ 'ਚ ਆਇਆ। ਕਿ ਜਿਸ ਤਰ੍ਹਾਂ ਅਦਾਲਤ 'ਚ ਤੁਹਾਨੂੰ ਸਾਫ਼ ਬਰੀ ਹੋ ਗਿਆ ਸੀ, ਇਸ ਦੇ ਬਾਵਜੂਦ ਵੀ ਲੱਗਦਾ ਕਿ ਗਲਤੀ ਸੀ? ਮੈਂ ਸਮਝਣਾ ਕਿ ਜੇ ਕੱਲ ਤੱਕ ਤੋਂ ਮੈਨੂੰ ਛੇਕਿਆ ਅਣਜਾਣੇ ਕੋਈ ਵੀ ਗਲਤੀ ਹੋਈ ਹੈ, ਮੈਂ ਉਹਨੂੰ ਮੰਨਣ ਨੂੰ ਤਿਆਰ ਹਾਂ। ਨਹੀਂ, ਜਾਣੇ ਅਣਜਾਣੇ ਹੋਈ ਹੈ ਕਿ ਵਾਕਈ ਮੈਂ ਸਮਝਣਾ ਕਿ ਮੈਂ ਜਿਹੜਾ ਕੱਲ ਤੱਕ ਤੇ ਆਉਣਾ ਵਾ ਆਪਣੀ ਭੁੱਲ ਬਖਸ਼ਾਉਣ ਲਈ ਆ ਰਿਹਾ ਨਾ। ਗਲਤੀ ਮੰਨਦੇ ਹੋਣਾ ਜੀ ਆਪਣੀ। ਹੋਣੀ ਲੱਗਣੀਆਂ 6 ਜਿਹੜੀ ਵੀ ਲਾਉਣਗੇ ਮੈਂ ਉਹ ਸਿਰ ਖਿੜੇ ਮੱਥੇ ਪ੍ਰਵਾਨ ਕਰਾਂਗਾ। ਇਹਨਾਂ ਸਭ 72 ਦਿਨਾਂ ਤੋਂ ਤੁਸੀਂ ਕਦੀ ਵੀ ਗੱਲ ਨਹੀਂ ਕੀਤੀ, ਲੇਕਿਨ ਅੱਜ ਦਾ ਦਿਨ ਹੀ ਕਿਉਂ ਚੁਣਿਆ? ਮੈਂ ਸਮਝਦਾ ਸੀ ਕਿ ਅੱਜ ਦਾ ਦਿਨ ਜਿਹੜਾ ਇਸ ਕਰਕੇ ਕਿ ਕਾਫੀ ਲੰਬਾ ਸਮਾਂ ਹੋ ਗਿਆ ਤੇ ਮੈਂ ਤੁਹਾਡੇ ਰਾਹੀਂ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਆਪਣੀ ਪਹੁੰਚਾਉਣੀ ਚਾਹੁੰਦਾ ਵਾਂ ਕਿ ਮੈਂ ਸਾਰੀ ਸੰਗਤ ਦਾ ਤਰਲਾ ਮਾਰਨਾ ਕਿ ਮੈਨੂੰ ਪੰਥ ਵਿੱਚ ਸ਼ਾਮਲ ਕਰਵਾਉਣ ਲਈ ਅਰਦਾਸ ਕਰਾਂ। ਤੁਸੀਂ ਹਾਲੇ ਆਉਣਾ ਜਾਰੀ ਰੱਖੋਗੇ? ਹਾਂਜੀ। ਨਹੀਂ, ਪੰਥ 'ਚ ਵਾਪਸੀ ਹੋ ਚੁੱਕੀ ਹੈ ਤੁਹਾਡੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਤਖਤ ਸਿੱਖ ਕੌਮ ਲਈ ਇੱਕ ਮਹਾਨ ਤਖਤ ਹੈ। ਜਦੋਂ ਵੀ ਕੋਈ ਕਿਸੇ ਕੋਲੋਂ ਗਲਤੀ ਹੋ ਜਾਂਦੀ ਹੈ, ਭੁੱਲ ਹੋ ਜਾਂਦੀ ਹੈ, ਅਕਾਲ ਤਖਤ ਉਹਨੂੰ ਛੇਕ ਦਿੰਦਾ ਤੇ ਜਿਹੜਾ ਅਕਾਲ ਤਖਤ ਦੀ ਮੁੜ ਕੇ ਸ਼ਰਨ ਆ ਜਾਂਦਾ ਵਾ। ਅੱਜ ਤੱਕ ਦੇ ਇਤਿਹਾਸ ਵਿੱਚ ਗੁਰੂ ਸਾਹਿਬ ਨੇ ਉਹਨੂੰ ਆਪਣੇ ਕੰਠ ਲਾਇਆ ਵਾ। ਕੌਮੀ ਗਲਤੀ ਹੋਈ ਸੀਗੀ ਬੂਟਾ ਸਿੰਘ ਕੋ, ਉਹ ਵੀ ਜਦੋਂ ਅਕਾਲ ਤਖਤ ਤੇ ਆਇਆ ਤੇ ਉਹਨੂੰ ਗੁਰੂ ਮਹਾਰਾਜ ਨੇ ਆਪਣੇ ਕੰਠ ਲਾਇਆ। ਇਸ ਤਖਤ ਦੇ ਉੱਤੇ ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ, ਜਿਹੜੀ ਬਹੁਤ ਮਹਾਨ ਸ਼ਖਸੀਅਤ ਨੇ ਸਿੱਖ ਕੌਮ ਲਈ। ਰੱਬ ਤੋਂ ਬਾਅਦ ਇਹਨਾਂ ਦਾ ਦੂਜਾ ਦਰਜਾ ਵਾ। ਇਹਨਾਂ ਉੱਤੇ ਕੋਈ ਕਿਸੇ ਦਾ ਦਬਾਅ ਰਾਜਨੀਤਿਕ ਨਹੀਂ ਪਾਇਆ ਜਾ ਸਕਦਾ। ਐਸੀ ਮਹਾਨ ਸ਼ਖਸੀਅਤ ਨੇ ਪਿੱਛੇ ਮੰਜੀ ਸਾਹਿਬ ਦੇ ਪਵਿੱਤਰ ਸਥਾਨ ਤੇ ਆਪਣੀ ਕਥਾ ਵਿੱਚ ਬੜੇ ਜ਼ੋਰ ਨਾਲ 2-3 ਵਾਰ ਕਿਹਾ ਵਾ ਕਿ ਜਿਹੜਾ ਭੁੱਲ ਜਾਂਦਾ ਵਾ, ਜਦੋਂ ਹਰਗੋਬਿੰਦ ਪਾਤਸ਼ਾਹ ਦੇ ਸ਼ਰਨ ਆ ਜਾਂਦਾ ਵਾ ਤੇ ਗੁਰੂ ਮਹਾਰਾਜ ਉਹਨੂੰ ਆਪਣੇ ਕੰਠ ਲਾਉਂਦਾ ਵਾ, ਉਹਨੂੰ ਬਖਸ਼ਿਆ ਜਾਂਦਾ।
ਮੈਂ ਪਿਛਲੇ 71-72 ਦਿਨਾਂ ਤੋਂ ਲਗਾਤਾਰ ਨੰਗੀ ਪੈਰੀਂ ਆ ਕੇ ਤੇ ਨਤਮਸਤਕ ਹੋ ਰਿਹਾ ਵਾਂ। ਗੁਰੂ ਮਹਾਰਾਜ ਦੇ ਚਰਨ ਫੜੇ ਨੇ, ਪਾਠ ਕਰੀਦਾ ਵਾ, ਅਰਦਾਸ ਕਰਕੇ ਤੇ ਵਾਪਸ ਚਲਿਆ ਜਾਈਦਾ। ਮੈਂ ਨਿਮਰਤਾ ਸਹਿਤ ਬੇਨਤੀ ਕਰਨਾ ਅਕਾਲ ਤਖਤ ਸਾਹਿਬ ਨੂੰ ਕਿ ਮੇਰੇ ਬਜ਼ੁਰਗ